Good morning, students. Today we will read the story The Portrait of a Lady. It is written by Khushwant Singh. Portrait means ਚਿੱਤਰ. The portrait of a lady ਇੱਕ ਔਰਤ ਦਾ ਚਿੱਤਰ. Khushwant Singh writer is a famous story writer. His writings are informative and full of humor. ਉਹਨਾਂ ਦੀਆਂ ਕਹਾਣੀਆਂ ਸੂਚਨਾ ਤੇ ਹਾਸ ਰਸ ਨਾਲ ਭਰਪੂਰ ਹਨ. Through this chapter, he has described the qualities of his grandmother. ਇਸ ਕਹਾਣੀ ਦੇ ਵਿੱਚ ਉਹਨਾਂ ਨੇ ਆਪਣੇ ਦਾਦੀ ਦੇ ਗੁਣਾਂ ਬਾਰੇ ਵਰਣਨ ਕੀਤਾ ਹੈ. She plays an important role in his early life. ਉਹਨਾਂ ਦੀ ਸ਼ੁਰੂਆਤੀ ਜ਼ਿੰਦਗੀ ਵਿੱਚ ਉਹਨਾਂ ਦੀ ਦਾਦੀ ਦਾ ਕੀ ਮਹੱਤਵਪੂਰਨ ਰੋਲ ਸੀ, ਕੀ ਮਹੱਤਵਪੂਰਨ ਭੂਮਿਕਾ ਸੀ, ਇਸ ਬਾਰੇ ਉਹਨਾਂ ਨੇ ਇਸ ਕਹਾਣੀ ਦੇ ਵਿੱਚ ਬਿਆਨ ਕੀਤਾ ਹੈ. ਨਾਓ ਲੈਟਸ ਰੀਡ ਦਾ ਸਟੋਰੀ. ਦਾ ਗ੍ਰੈਂਡਮਦਰ ਵਾਜ਼ ਐਨ ਓਲਡ ਲੇਡੀ. ਦਾਦੀ ਇੱਕ ਬਜ਼ੁਰਗ ਔਰਤ ਸੀ. ਸ਼ੀ ਹੈਡ ਏ ਰਿੰਕਲਡ ਫੇਸ. ਉਹਨਾਂ ਦੇ ਚਿਹਰੇ 'ਤੇ ਝੁਰੜੀਆਂ ਸਨ. ਇਟ ਵਾਜ਼ ਡਿਫੀਕਲਟ ਟੂ ਬਿਲੀਵ ਸ਼ੀ ਕੁਡ ਐਵਰ ਹੈਵ ਬੀਨ ਯੰਗ ਐਂਡ ਪ੍ਰੀਟੀ. ਉਹਨਾਂ ਨੂੰ ਦੇਖ ਕੇ ਇਹ ਵਿਸ਼ਵਾਸ ਕਰਨਾ ਮੁਸ਼ਕਿਲ ਸੀ ਕਿ ਉਹ ਕਦੇ ਜਵਾਨ ਅਤੇ ਸੁੰਦਰ ਹੋਏਗੀ. ਸ਼ੀ ਵਾਜ਼ ਏ ਲਵਿੰਗ ਐਂਡ ਡੀਪਲੀ ਰਿਲੀਜੀਅਸ ਲੇਡੀ. ਉਹ ਬਹੁਤ ਹੀ ਪਿਆਰੀ ਅਤੇ ਧਾਰਮਿਕ ਪ੍ਰਵਿਰਤੀ ਵਾਲੀ ਔਰਤ ਸੀ. her hair was as white as snow. ਉਹਨਾਂ ਦੇ ਵਾਲ ਬਰਫ਼ ਦੀ ਤਰ੍ਹਾਂ ਚਿੱਟੇ ਸਨ. She had a little hump in her back. ਤੇ ਉਹਨਾਂ ਦੀ ਪਿੱਠ 'ਤੇ ਇੱਕ ਛੋਟਾ ਜਿਹਾ ਕੁੱਬ ਸੀ. Hump means ਕੁੱਬ. She has always seen telling the beads of her rosary. ਉਹ ਹਮੇਸ਼ਾ ਹੀ ਮਣਕਿਆਂ ਦੀ ਮਾਲਾ ਨੂੰ ਜਪਦੇ ਹੋਏ ਹੀ ਦੇਖਿਆ ਜਾਂਦਾ ਸੀ. She remained peaceful and quiet all the time. ਉਹ ਬਹੁਤ ਹੀ ਖਾਮੋਸ਼ ਅਤੇ ਚੁੱਪ ਰਹਿਣ ਵਾਲੀ ਲੇਡੀ ਸੀ. A picture of the author's grandfather hung on the wall. ਲੇਖਕ ਦੇ ਦਾਦੇ ਦੀ ਤਸਵੀਰ ਦੀਵਾਰ 'ਤੇ ਟੰਗੀ ਹੋਈ ਸੀ. He appeared to have not wife. ਤੇ ਉਹਨਾਂ ਦੀ ਤਸਵੀਰ ਨੂੰ ਦੇਖਣ ਤੋਂ ਇੰਜ ਲੱਗਦਾ ਸੀ, ਉਹ ਇੰਨੇ ਬੁੱਢੇ ਲੱਗਦੇ ਸਨ ਕਿ ਲੱਗਦਾ ਨਹੀਂ ਸੀ ਕਿ ਉਹਨਾਂ ਦੀ ਕਦੇ ਕੋਈ ਪਤਨੀ ਹੋਏਗੀ. It seemed he could have only lots of grandchildren. ਤੇ ਇਸ ਤਰ੍ਹਾਂ ਲੱਗਦਾ ਸੀ ਕਿ ਉਹਨਾਂ ਦੇ ਕਾਫੀ ਸਾਰੇ ਪੋਤਰੇ ਜਾਂ ਪੋਤਰੀਆਂ ਹੀ ਹੋਣਗੇ. The author ਖੁਸ਼ਵੰਤ ਸਿੰਘ was only a child at that time. ਉਸ ਸਮੇਂ ਖੁਸ਼ਵੰਤ ਸਿੰਘ ਜੋ ਲੇਖਕ ਹੈ ਉਹ ਬਹੁਤ ਹੀ ਇੱਕ ਛੋਟਾ ਜਿਹਾ ਬੱਚਾ ਸੀ. His parents had gone to live in the city. ਉਸ ਦੇ ਮਾਂ-ਬਾਪ ਸ਼ਹਿਰ ਵਿੱਚ ਜਾ ਕੇ ਵਸ ਗਏ ਸਨ. He was left with his grandmother in the village. ਤੇ ਉਹ ਆਪਣੀ ਦਾਦੀ ਦੇ ਕੋਲ ਰਹਿ ਗਿਆ ਸੀ ਪਿੰਡ ਵਿੱਚ. She would wake him up in the morning. ਦਾਦੀ ਲੇਖਕ ਨੂੰ ਸਵੇਰੇ ਜਲਦੀ ਜਗਾਉਂਦੀ ਸੀ. She bathed and dressed him. ਉਸ ਨੂੰ ਨਹਾਉਂਦੀ ਅਤੇ ਫਿਰ ਤਿਆਰ ਕਰਦੀ ਸੀ. He would sing prayers hoping he would learn it. ਤੇ ਅਰਦਾਸ ਕਰਦੀ ਸੀ ਕਿ ਉਹ ਕੁਝ ਸਿੱਖ ਜਾਏਗਾ. But the author could never do so. ਪਰ ਲੇਖਕ ਕਦੇ ਵੀ ਸਿੱਖ ਨਹੀਂ ਸਕਿਆ ਸੀ. After breakfast of bread and butter, ਰੋਟੀ ਅਤੇ ਮੱਖਣ ਦੇ ਨਾਸ਼ਤੇ ਤੋਂ ਬਾਅਦ she would accompany him to a village school. ਉਹ ਉਸ ਨੂੰ ਪਿੰਡ ਦੇ ਸਕੂਲ ਛੱਡਣ ਜਾਂਦੀ. The school was attached to a temple. ਪਿੰਡ ਦਾ ਸਕੂਲ ਇੱਕ ਮੰਦਿਰ ਨਾਲ ਜੁੜਿਆ ਹੋਇਆ ਸੀ. When the children studied in school, ਜਦੋਂ ਬੱਚੇ ਸਕੂਲ ਪੜ੍ਹ ਰਹੇ ਹੁੰਦੇ ਸਨ, she read religious books in the temple. ਉਹ ਓਨੀ ਦੇਰ ਮੰਦਿਰ ਵਿੱਚ ਬੈਠ ਕੇ ਧਾਰਮਿਕ ਕਿਤਾਬਾਂ ਪੜ੍ਹਦੀ. After the school was over, ਜਦੋਂ ਸਕੂਲ ਬੰਦ ਹੋ ਜਾਂਦਾ, both would come back home. ਦੋਨੋਂ ਇਕੱਠੇ ਘਰ ਵਾਪਿਸ ਆਉਂਦੇ ਸਨ. When his parents were well settled in the city, ਜਦੋਂ ਲੇਖਕ ਦੇ ਮਾਤਾ ਪਿਤਾ ਸ਼ਹਿਰ ਵਿੱਚ ਅੱਛੀ ਤਰ੍ਹਾਂ ਵਸ ਗਏ, ਸੈਟਲ ਹੋ ਗਏ, the author and grandmother
ਆਲਸੋ ਸ਼ਿਫਟਡ ਟੂ ਦਾ ਸਿਟੀ। ਲੇਖਕ ਅਤੇ ਉਸਦੀ ਦਾਦੀ ਵੀ ਸ਼ਹਿਰ ਚਲੇ ਗਏ। ਦਾ ਔਥਰ ਜੁਆਇਨਡ ਐਨ ਇੰਗਲਿਸ਼ ਮੀਡੀਅਮ ਸਕੂਲ। ਲੇਖਕ ਨੇ ਸ਼ਹਿਰ ਵਿੱਚ ਇੰਗਲਿਸ਼ ਮੀਡੀਅਮ ਸਕੂਲ ਵਿੱਚ ਦਾਖਲਾ ਲਿਆ। ਹਿਜ਼ ਗ੍ਰੈਂਡ ਮਦਰ ਡਿਡ ਨੋਟ ਲਾਈਕ ਇਟ। ਪਰ ਉਸਦੀ ਦਾਦੀ ਨੂੰ ਇਹ ਪਸੰਦ ਨਹੀਂ ਸੀ। ਸ਼ੀ ਸਟਿਲ ਸ਼ੇਅਰਡ ਰੂਮ ਵਿਦ ਦਾ ਔਥਰ। ਉਹ ਅਜੇ ਵੀ ਲੇਖਕ ਦੇ ਕਮਰੇ ਵਿੱਚ ਸੌਂਦੀ ਸੀ। ਸ਼ੀ ਨੋ ਲੋਂਗਰ ਹੈਲਪਡ ਹਿਮ ਇਨ ਹਿਜ਼ ਲੈਸਨ। ਪਰ ਹੁਣ ਉਹ ਉਸ ਦੀ ਪੜ੍ਹਾਈ ਵਿੱਚ ਉਸ ਦੀ ਮਦਦ ਨਹੀਂ ਕਰ ਸਕਦੀ ਸੀ। ਇਨ ਡਿਊ ਕੋਰਸ ਆਫ ਟਾਈਮ, ਸਮਾਂ ਬੀਤਣ ਦੇ ਨਾਲ, ਖੁਸ਼ਵੰਤ ਸਿੰਘ ਵੈਂਟ ਅਪ ਟੂ ਯੂਨੀਵਰਸਿਟੀ। ਖੁਸ਼ਵੰਤ ਸਿੰਘ ਲੇਖਕ ਯੂਨੀਵਰਸਿਟੀ ਪੜ੍ਹਾਈ ਲਈ ਚਲੇ ਗਏ। ਹੀ ਵਾਜ਼ ਗਿਵਨ ਅ ਸੈਪਰੇਟ ਰੂਮ। ਉੱਥੇ ਉਹਨਾਂ ਨੂੰ ਇੱਕ ਵੱਖਰਾ ਕਮਰਾ ਦਿੱਤਾ ਗਿਆ। ਦਾ ਕੋਮਨ ਲਿੰਕ ਆਫ ਫਰੈਂਡਸ਼ਿਪ ਬਿਟਵੀਨ ਦੈਮ ਵਾਜ਼ ਕੰਪਲੀਟਲੀ ਬ੍ਰੋਕਨ। ਹੁਣ ਉਹਨਾਂ ਦੋਨਾਂ ਦਰਮਿਆਨ ਜਿਹੜੀ ਸਾਂਝ ਸੀ ਉਹ ਖਤਮ ਹੋ ਗਈ ਸੀ। ਸ਼ੀ ਪਾਸਡ ਹਰ ਟਾਈਮ ਐਟ ਦਾ ਸਪਿਨਿੰਗ ਵੀਲ ਫਰੋਮ ਮੋਰਨਿੰਗ ਟੂ ਸਨਸੈਟ। ਉਹ ਸਾਰਾ ਸਮਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਚਰਖਾ ਕੱਤਦੀ ਸੀ। ਇਨ ਦਾ ਆਫਟਰਨੂਨ, ਅਤੇ ਸ਼ਾਮ ਨੂੰ ਦੁਪਹਿਰ ਟਾਈਮ, ਸ਼ੀ ਰਿਲੈਕਸਡ ਫਾਰ ਸਮ ਟਾਈਮ। ਅਤੇ ਇਨ ਦਾ ਆਫਟਰਨੂਨ, ਦੁਪਹਿਰ ਟਾਈਮ ਉਹ ਕੁਝ ਦੇਰ ਆਰਾਮ ਕਰਦੀ। ਸ਼ੀ ਪ੍ਰੋਵਾਈਡਡ ਸਪੈਰੋਜ਼ ਵਿਦ ਲਿਟਲ ਬਿਟਸ ਆਫ ਬ੍ਰੈਡ। ਉਹ ਕੁਝ ਚਿੜੀਆਂ ਨੂੰ ਰੋਟੀ ਦੇ ਟੁਕੜੇ ਖਿਲਾਉਂਦੀ। ਸ਼ੀ ਵਾਜ਼ ਹੈਪੀ ਇਨ ਦਾ ਕੰਪਨੀ ਆਫ ਬਰਡਸ। ਉਸ ਨੂੰ ਪੰਛੀਆਂ ਦੀ ਸੰਗਤ ਅੱਛੀ ਲੱਗਦੀ ਸੀ। ਸਮ ਆਫ ਦਾ ਬਰਡਸ ਵੁੱਡ ਸਿਟ ਔਨ ਹਰ ਸ਼ੋਲਡਰ ਔਰ ਹੈਡ। ਕੁਝ ਪੰਛੀ ਉਸ ਦੇ ਮੋਢੇ ਅਤੇ ਸਿਰ ਦੇ ਉੱਪਰ ਬੈਠਦੇ ਸਨ। ਦਾ ਔਥਰ ਡਿਸਾਈਡਡ ਟੂ ਗੋ ਅਬਰੋਡ ਫਾਰ ਫਰਦਰ ਸਟੱਡੀ। ਹੁਣ ਲੇਖਕ ਨੇ ਉਚੇਰੀ ਪੜ੍ਹਾਈ ਲਈ ਬਾਹਰ ਜਾਣ ਦਾ ਫੈਸਲਾ ਕੀਤਾ। ਹੀ ਵਾਜ਼ ਟੂ ਰਿਮੇਨ ਦੇਅਰ ਫਾਰ 5 years। ਉਸ ਨੂੰ ਉੱਥੇ 5 ਸਾਲ ਲਈ ਰਹਿਣਾ ਪਿਆ। ਹਿਜ਼ ਗ੍ਰੈਂਡ ਮਦਰ ਵੈਂਟ ਟੂ ਦਾ ਰੇਲਵੇ ਸਟੇਸ਼ਨ। ਉਸ ਦੀ ਦਾਦੀ ਉਸ ਨੂੰ ਅਲਵਿਦਾ ਕਹਿਣ ਲਈ ਛੱਡਣ ਲਈ ਰੇਲਵੇ ਸਟੇਸ਼ਨ ਗਈ। ਹੀ ਫੈਲਟ ਦੈਟ ਹਿਜ਼ ਗ੍ਰੈਂਡ ਮਦਰ ਵੁੱਡ ਨੋਟ ਬੀ ਅਲਾਈਵ ਔਨ ਹਿਜ਼ ਰਿਟਰਨ। ਅਤੇ ਲੇਖਕ ਨੂੰ ਲੱਗ ਰਿਹਾ ਸੀ ਕਿ ਉਸ ਦੇ ਵਾਪਸ ਆਉਣ ਤੱਕ ਉਸ ਦੀ ਦਾਦੀ ਨਹੀਂ ਰਹੇਗੀ। ਬਟ ਦੈਟ ਵਾਜ਼ ਨੋਟ ਟੂ ਬੀ। ਪਰ ਇਸ ਤਰ੍ਹਾਂ ਨਹੀਂ ਸੀ ਹੋਇਆ ਸੀ। ਸ਼ੀ ਕੇਮ ਟੂ ਦਾ ਰੇਲਵੇ ਸਟੇਸ਼ਨ ਟੂ ਰਿਸੀਵ ਹਿਮ। ਜਦੋਂ ਉਹ ਵਾਪਸ ਆਇਆ ਤਾਂ ਰੇਲਵੇ ਸਟੇਸ਼ਨ 'ਤੇ ਦਾਦੀ ਉਸ ਨੂੰ ਲੈਣ ਗਈ। ਸ਼ੀ ਸੈਲੀਬ੍ਰੇਟਡ ਹਿਜ਼ ਹੋਮ ਕਮਿੰਗ ਇਨ ਹਰ ਓਨ ਵੇ। ਅਤੇ ਉਸ ਦੀ ਵਾਪਸੀ ਨੂੰ ਉਸਨੇ ਆਪਣੇ ਢੰਗ ਨਾਲ ਮਨਾਇਆ। ਸ਼ੀ ਕਲੈਕਟਡ ਦਾ ਵੂਮਨ ਆਫ ਹਰ ਨੇਬਰਹੁੱਡ। ਉਸਨੇ ਆਪਣੀਆਂ ਗੁਆਂਢ ਦੀਆਂ ਔਰਤਾਂ ਨੂੰ ਸੱਦਾ ਦਿੱਤਾ। ਸ਼ੀ ਗੋਟ ਐਨ ਓਲਡ ਡਰਮ ਐਂਡ ਬਿਗੇਨ ਟੂ ਸਿੰਗ। ਉਸਨੇ ਇੱਕ ਪੁਰਾਣੀ ਢੋਲਕੀ ਪ੍ਰਾਪਤ ਕੀਤੀ ਅਤੇ ਉਸ ਨੂੰ ਵਜਾਉਣਾ ਸ਼ੁਰੂ ਕੀਤਾ। ਫਾਰ ਮੈਨੀ ਆਵਰਸ, ਕਾਫੀ ਘੰਟੇ, ਸ਼ੀ ਕੈਪਟ ਸਿੰਗਿੰਗ, ਉਹ ਗਾਉਂਦੀ ਰਹੀ, ਐਂਡ ਬੀਟਿੰਗ ਦਾ ਡਰਮ, ਅਤੇ ਢੋਲਕੀ ਵਜਾਉਂਦੀ ਰਹੀ। ਨੈਕਸਟ ਮੋਰਨਿੰਗ ਦਾ ਗ੍ਰੈਂਡ ਮਦਰ ਫੈਲ ਇਲ। ਅਗਲੀ ਸਵੇਰ ਦਾਦੀ ਬਿਮਾਰ ਪੈ ਗਈ। ਦਾ ਡਾਕਟਰ ਸੈਡ ਦੈਟ ਇਟ ਵਾਜ਼ ਏ ਮਾਈਲਡ ਫੀਵਰ। ਡਾਕਟਰ ਨੇ ਕਿਹਾ ਕਿ ਹਲਕਾ ਜਿਹਾ ਬੁਖਾਰ ਸੀ। ਸ਼ੀ ਵੁੱਡ ਬੀ ਆਲ ਰਾਈਟ ਸੂਨ। ਅਤੇ ਉਹ ਜਲਦੀ ਠੀਕ ਹੋ ਜਾਏਗੀ। ਬਟ ਸ਼ੀ ਨਿਊ ਦੈਟ ਹਰ ਐਂਡ ਹੈਡ ਕਮ। ਪਰ ਉਹ ਜਾਣਦੀ ਸੀ ਕਿ ਉਸ ਦਾ ਅੰਤਿਮ ਸਮਾਂ ਨੇੜੇ ਆ ਗਿਆ ਹੈ। ਸ਼ੀ ਲੇ ਪੀਸਫੁਲੀ ਇਨ ਬੈਡ। ਉਹ ਬੈੱਡ ਉੱਪਰ ਚੁੱਪਚਾਪ ਲੇਟ ਗਈ। ਸ਼ੀ ਕੰਟੀਨਿਊਡ ਪੇਇੰਗ ਐਂਡ ਟੈਲਿੰਗ ਦਾ ਬੀਡਸ ਆਫ ਆ ਰੋਜ਼ਰੀ। ਉਹ ਲਗਾਤਾਰ ਪਾਠ ਕਰਦੀ ਰਹੀ ਅਤੇ ਮਾਲਾ ਦੇ ਮਣਕੇ ਫੇਰਦੀ ਰਹੀ। ਸਡਨਲੀ ਦਾ ਰੋਜ਼ਰੀ ਫੈਲ ਫਰੋਮ ਹਰ ਹੈਂਡ। ਮਣਕਿਆਂ ਦੀ ਮਾਲਾ ਉਸ ਦੇ ਹੱਥੋਂ ਡਿੱਗ ਪਈ। ਸ਼ੀ ਵਾਜ਼ ਨੋ ਮੋਰ। ਹੁਣ ਉਹ ਇਸ ਦੁਨੀਆ 'ਤੇ ਨਹੀਂ ਸੀ। ਹਰ ਬੋਡੀ ਵਾਜ਼ ਪਲੇਸਡ ਔਨ ਦਾ ਗਰਾਊਂਡ ਐਜ਼ ਪਰ ਦਾ ਟ੍ਰੈਡੀਸ਼ਨਸ। ਅਤੇ ਰਵਾਇਤ ਮੁਤਾਬਕ ਉਸ ਦੀ ਸਰੀਰ ਨੂੰ ਜ਼ਮੀਨ 'ਤੇ ਲਿਟਾਇਆ ਗਿਆ। ਸ਼ੀ ਵਾਜ਼ ਕਵਰਡ ਵਿਦ ਏ ਰੈੱਡ ਸ਼ਰਾਊਡ। ਰੈੱਡ ਸ਼ਰਾਊਡ, ਲਾਲ, ਜੋ ਡੈੱਡ ਬੋਡੀ ਦੇ ਉੱਪਰ ਅਸੀਂ ਕਫਨ ਪਾਉਂਦੇ ਹਾਂ। ਸ਼ੀ ਵਾਜ਼ ਕਵਰਡ ਵਿਦ ਏ ਰੈੱਡ ਸ਼ਰਾਊਡ। ਸ਼ਰਾਊਡ ਮੀਨਸ ਕਫਨ। ਅਤੇ ਉਸ ਦੇ ਸਰੀਰ ਨੂੰ ਲਾਲ ਕਫਨ ਪਹਿਨਾ ਦਿੱਤਾ ਗਿਆ ਜਾਂ ਉਸ ਦੇ ਨਾਲ ਉਸ ਨੂੰ ਢੱਕ ਦਿੱਤਾ ਗਿਆ।
ਦ ਪ੍ਰੈਪਰੇਸ਼ਨ ਫਾਰ ਦ ਫਿਊਨਰਲ ਵਰ ਮੇਡ। ਸੰਸਕਾਰ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸਨ। ਦੇ ਵੈਂਟ ਟੂ ਹਰ ਰੂਮ ਟੂ ਟੇਕ ਹਰ ਬੋਡੀ। ਉਸ ਦੇ ਕਮਰੇ 'ਚੋਂ ਉਸ ਦੀ ਬੋਡੀ ਨੂੰ ਲਿਆਂਦਾ ਗਿਆ। ਨੰਬਰਲੈਸ ਸਪੈਰੋਜ਼ ਹੈਡ ਗੈਦਰਡ ਰਾਈਟ ਅਪ ਟੂ ਹਰ ਡੈਡ ਬੋਡੀ। ਬਹੁਤ ਜ਼ਿਆਦਾ ਗਿਣਤੀ ਵਿੱਚ ਚਿੜੀਆਂ ਉਸ ਦੀ ਡੈਡ ਬੋਡੀ, ਮਰੇ ਹੋਏ ਸਰੀਰ ਦੇ ਆਸ-ਪਾਸ ਇਕੱਠੀਆਂ ਹੋਈਆਂ ਸਨ। ਦ ਬਰਡਸ ਵਰ ਆਲ ਸਾਇਲੈਂਟ। ਸਾਰੇ ਪੰਛੀ ਚੁੱਪ ਸਨ। ਐਂਡ ਦੇਅਰ ਵਾਜ਼ ਨੋ ਚਰਪਿੰਗ। ਤੇ ਕੋਈ ਵੀ ਪੰਛੀ ਚਹਿ-ਚਹਾ ਨਹੀਂ ਰਿਹਾ ਸੀ। ਦ ਰਾਈਟਰਸ ਮਦਰ ਬਰੋਡ ਸਮ ਬ੍ਰੈਡ। ਲੇਖਕ ਦੀ ਮਾਤਾ ਕੁਝ ਰੋਟੀ ਲੈ ਕੇ ਆਈ। ਸ਼ੀ broke it into bits and threw before them। ਉਸ ਨੇ ਉਸ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਕਰਕੇ ਉਹਨਾਂ ਦੇ ਅੱਗੇ ਪਾਇਆ। The birds did not pay any attention। Attention means ਧਿਆਨ। To the crumbs। ਪਰ ਪੰਛੀਆਂ ਨੇ ਉਹਨਾਂ ਟੁਕੜਿਆਂ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ। The dead body was taken away। ਮ੍ਰਿਤਕ ਸਰੀਰ ਨੂੰ ਲਿਜਾਇਆ ਗਿਆ। The sparrows flew away silently। ਚਿੜੀਆਂ ਚੁੱਪਚਾਪ ਉੱਡ ਗਈਆਂ।